ਸਤਿ ਸ੍ਰੀ ਅਕਾਲ। ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਵੀਰ ਸਿੰਘ ਪ੍ਰੋਗਰਾਮ ਖਬਰਾਂ ਟੌਪ ਦੀਆਂ ਦੇ ਵਿੱਚ ਸਵਾਗਤ ਕਰਦਾ। ਗੱਲਬਾਤ ਕਰਾਂਗੇ ਦਿਨ ਭਰ ਦੀਆਂ ਕੁਝ ਅਹਿਮ ਖਬਰਾਂ ਦੇ ਉੱਪਰ ਤੇ ਇਹਨਾਂ ਖਬਰਾਂ ਦੇ ਉੱਪਰ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਜੀ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ। ਸਰ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸੁਖਵੀਰ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਧੰਨਵਾਦ। ਪਰਮਿੰਦਰ ਜੀ, ਸ਼ੁਰੂਆਤ ਕਿਸਾਨਾਂ ਤੋਂ ਕਰਦੇ ਹਾਂ ਕਿ 3 ਖੇਤੀ ਕਾਨੂੰਨਾਂ ਦੇ ਨਾਲ ਕਿਸਾਨਾਂ ਦੀ ਮੰਗ ਸੀ ਕਿ ਬਿਜਲੀ ਸੋਧ ਬਿੱਲ 2020 ਨੂੰ ਜਿਹੜਾ ਕੇਂਦਰ ਸਰਕਾਰ ਨਾ ਲੈ ਕੇ ਆਵੇ। ਕਿਸਾਨ ਅੰਦੋਲਨ ਦੇ ਦੌਰਾਨ ਕੇਂਦਰ ਸਰਕਾਰ ਨੇ ਇਸ ਦੇ ਉੱਪਰ ਹਾਮੀ ਵੀ ਭਰ ਦਿੱਤੀ ਸੀ, ਪਰ ਲੰਘੇ ਦਿਨੀ ਜਿਹੜਾ ਉਸ ਬਿੱਲ ਨੂੰ ਪੇਸ਼ ਕਰ ਦਿੱਤਾ ਗਿਆ ਕੇਂਦਰ ਸਰਕਾਰ ਦੇ ਵੱਲੋਂ, ਜਿਸ ਤੋਂ ਬਾਅਦ ਕਿਸਾਨ ਆਗੂਆਂ ਦੇ ਵਿੱਚ ਕਿਸਾਨਾਂ ਦੇ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਅਤੇ ਕਿਸਾਨ ਕਹਿ ਰਹੇ ਨੇ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਨਾਲ ਇੱਕ ਵਾਰ ਫਿਰ ਤੋਂ ਧੋਖਾ ਕਰ ਦਿੱਤਾ। ਦੇਖੋ, ਕੇਂਦਰ ਦਾ ਆਨੇ ਬਹਾਨੇ ਕਿਸੇ ਨਾ ਕਿਸੇ ਤਰੀਕੇ ਕਾਰਪੋਰੇਟ ਅਦਾਰੇ ਨੂੰ ਫਾਇਦਾ ਦੇਣ ਦਾ ਜਿਹੜਾ ਰੁਝਾਨ ਹੈ ਉਹ ਲਗਾਤਾਰ ਚੱਲ ਰਿਹਾ ਹੈ। ਪ੍ਰਾਈਵੇਟ ਸੈਕਟਰ ਜਿਹੜਾ ਹੈ ਲਗਾਤਾਰ ਉਹਨਾਂ ਚੀਜ਼ਾਂ ਦੇ ਉੱਤੇ ਹਮਲੇ ਕਰ ਰਿਹਾ ਜਾਂ ਕਬਜ਼ੇ ਕਹਿ ਲਓ ਕਰ ਰਿਹਾ ਜਿਹੜੇ ਸਰਕਾਰ ਜਾਂ ਸੂਬਿਆਂ ਦੇ ਸਰਕਾਰੀ ਕਹਾਉਂਦੇ ਨੇ ਔਰ ਸੂਬਿਆਂ ਦੇ ਆਪਾਂ ਕਹਿੰਦੇ ਅਧਿਕਾਰ ਹੇਠ ਨੇ। ਉਹ ਕਾਰਪੋਰੇਟ ਅਦਾਰੇ ਇਸ ਗੱਲ ਨੂੰ ਆਪਾਂ ਕਹਿ ਲਓ ਕਿ ਵਜਿੱਦ ਨੇ ਕਿ ਅਸੀਂ ਸੂਬਿਆਂ ਦੀ ਜਿਹੜੀ ਅਧਿਕਾਰ ਖੇਤਰਾਂ ਨੂੰ ਖਤਮ ਕਰਕੇ ਆਪਣੇ ਘਰਾਣਿਆਂ ਦਾ, ਕਾਰਪੋਰੇਟ ਘਰਾਣਿਆਂ ਦਾ ਜਿਹੜਾ ਸਾਡਾ ਹੈ ਉਹ ਉੱਥੇ ਕਬਜ਼ਾ ਕਰ ਲਈਏ, ਤਾਂ ਕਿ ਸੂਬਾ ਜਿਹੜੇ ਸਰਕਾਰਾਂ ਨੇ ਉਹ ਉਹਨਾਂ ਦੇ ਹੱਥ ਬੰਨੇ ਜਾਣ, ਉਹ ਕੁਛ ਨਾ ਕਰ ਸਕਣ। ਲੋਕ ਜਿਵੇਂ ਉਹ ਲੋਕਾਂ ਨੂੰ ਕੋਈ ਰੇਟ ਦੇਣਾ ਹੈ ਕਿਸੇ ਚੀਜ਼ ਦਾ ਜਾਂ ਕੋਈ ਪ੍ਰੋਡਕਸ਼ਨ ਕਰਾਉਣੀ ਹੈ ਜਾਂ ਖਰੀਦ ਕਰਨੀ ਹੈ ਕਿਸੇ ਚੀਜ਼ ਦੀ, ਉਹ ਆਪਣੀ ਮਨਮਰਜ਼ੀ ਨਾਲ ਕਰ ਸਕਣ, ਅੱਗੇ ਆਪਣੀ ਮਨਮਰਜ਼ੀ ਦੇ ਰੇਟਾਂ ਨਾਲ ਵੇਚ ਸਕਣ। ਅਤੇ ਸੂਬੇ ਦੇ ਲੋਕ ਜਾਂ ਸੂਬੇ ਦੇ ਹਿੱਤ ਨੇ ਜਿਹੜੇ ਉਹ ਖੂਹ ਖਾਤੇ ਪੈਣ, ਲੋਕ ਇੱਕ ਨੌਕਰ ਵਾਂਗੂ ਉਹਨਾਂ ਦੇ ਕੰਮ ਕਰੀ ਜਾਣ। ਉਹਦੇ ਤਹਿਤ ਹੀ ਸਰਕਾਰ ਜਿਹੜੀ ਹੈਗੀ ਹੈ ਕੇਂਦਰ ਸਰਕਾਰ ਲਗਾਤਾਰ ਉਹਨਾਂ ਨੂੰ ਫਾਇਦੇ ਦੇਣ ਵਾਸਤੇ ਇਸ ਤਰ੍ਹਾਂ ਦੇ ਕਾਨੂੰਨ, ਇਸ ਤਰ੍ਹਾਂ ਦੇ ਨੀਤੀਆਂ ਇਸ ਤਰ੍ਹਾਂ ਦੀਆਂ ਬਣਾ ਕੇ ਮੈਂ ਕਹਿ ਲਓ ਲੋਕਾਂ ਦੇ ਵਿੱਚ ਲਿਆਉਣਾ ਚਾਹੁੰਦੀ ਹੈ। ਸਰਕਾਰ ਦਾ ਫਾਇਦਾ ਉਠਾਉਣਾ ਚਾਹੁੰਦੀ ਹੈ, ਸੱਤਾ ਦਾ ਫਾਇਦਾ ਉਠਾਉਣਾ ਚਾਹੁੰਦੀ ਹੈ। ਅਤੇ 2024 ਵੀ ਦਿਖਦਾ ਅੱਗੇ ਨਾਲ ਉਹਨਾਂ ਨੂੰ ਪਤਾ ਹੈ ਕਿ 2024 ਦੇ ਵਿੱਚ ਪੈਸੇ ਦੀ ਵੀ ਲੋੜ ਹੈ, ਚੋਣਾਂ ਵੀ ਲੜਨੀਆਂ ਨੇ। ਕਾਰਪੋਰੇਟ ਘਰਾਣੇ ਜਿਹਦੀ ਪਿੱਠ 'ਤੇ ਖੜ੍ਹਦੇ ਨੇ, ਫਿਰ ਮੈਂ ਕਹਿੰਦਾ ਕਿ ਮੀਡੀਆ ਵਗੈਰਾ ਜਿਹੜਾ ਖਰਚ ਕਰਕੇ ਆਪਣਾ ਪ੍ਰਚਾਰ ਕਰਵਾਇਆ ਜਾਂਦਾ ਮੀਡੀਆ ਤੋਂ, ਉਹ ਕਾਰਪੋਰੇਟ ਘਰਾਣਿਆਂ ਦੇ ਸਿਰ 'ਤੇ ਹੀ ਕਰਾਇਆ ਜਾਂਦਾ ਜਾਂ ਆਪਣੇ ਬਿਜ਼ਨਸ ਸੈਟਅਪ ਕਰਦੇ ਨੇ, ਆਪਣੇ ਬੱਚੇ ਸੈਟਅਪ ਕਰਨੇ, ਕੰਪਨੀਆਂ ਵੱਡੀਆਂ ਚਲਾਉਣੀਆਂ, ਕਾਰਪੋਰੇਟ ਘਰਾਣਿਆਂ ਨਾਲ ਬਿਜ਼ਨਸ ਦੀਆਂ ਸਾਂਝਾਂ ਪਾ ਲੈਣੀਆਂ। ਉਹ ਸਾਰਾ ਕੁਛ ਇਹਨਾਂ ਨੇ ਤੈਅ ਕੀਤਾ ਹੋਇਆ ਕਿ ਅਸੀਂ ਆਹ 2024 ਦੇ ਵਿੱਚ ਕਰ ਦੇਣਾ। 3 ਖੇਤੀ ਕਾਨੂੰਨ ਲਿਆ ਕੇ ਪਹਿਲਾਂ ਇਹਨਾਂ ਨੇ ਕਿਹਾ ਕਿ ਲੋਕਾਂ ਦੇ ਹਿੱਤ ਵਿੱਚ ਨੇ, ਕਿਸਾਨ ਖੁਦਕੁਸ਼ੀਆਂ ਤੋਂ ਬਚਣਗੇ, MSP ਮਿਲੂਗੀ ਜਾਂ ਕੋਈ ਕਿਸਾਨਾਂ ਦੀ ਕਹਿ ਲਓ ਕੋਈ ਰੁੜੂਗਾ ਨਹੀਂ ਕਿਸਾਨ, ਅਤੇ ਕਿਸਾਨਾਂ ਦੀ ਆਮਦਨ ਦੁੱਗਣੀ ਹੋਊਗੀ। ਇਸੇ ਤਰ੍ਹਾਂ ਹੁਣ ਜਿਹੜਾ ਆਹ ਲੋਕ ਸਭਾ ਦੇ ਵਿੱਚ ਬਿੱਲ ਪੇਸ਼ ਕਰਦਾ, ਬਿਜਲੀ ਬਿਜਲੀ ਦਾ ਜਿਹੜਾ ਬਿੱਲ ਹੈ, ਸੋਧ ਬਿੱਲ ਕਹਿ ਲਓ, ਉਹ ਪੇਸ਼ ਕਰਤਾ ਇਹਨਾਂ ਨੇ। ਉਹ ਚਰਚਾ ਦੇ ਵਿੱਚ ਤਾਂ ਇਹ ਸੀ ਕਿ ਜਦੋਂ 3 ਖੇਤੀ ਕਾਨੂੰਨ ਇਹਨਾਂ ਨੇ ਰੱਦ ਕੀਤੇ ਸੀਗੇ, ਉਦੋਂ ਵੀ ਇਹ ਸੀ ਕਿ ਬਿਜਲੀ ਸੋਧ ਬਿੱਲ ਜਿਹੜਾ ਲਿਆਂਦਾ ਜਾਊਗਾ, ਪਰ ਨਾਲੇ ਸੀ ਕਿਸਾਨਾਂ ਨੂੰ ਜਿਹੜਾ ਹੈਗਾ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕਰਕੇ ਇਹ ਲੈ ਕੇ ਆਂਦਾ ਜਾਊਗਾ। 2003 ਦੇ ਵਿੱਚ ਵੀ ਆਹੀ ਗੱਲ ਹੋਈ ਸੀਗੀ ਜਦੋਂ ਕੀਤਾ ਗਿਆ ਲਾਗੂ ਬਿੱਲ ਪਹਿਲੀ ਵਾਰ, ਬਕਾਇਦਾ ਤੌਰ 'ਤੇ ਲੋਕਾਂ ਦੇ ਵਿੱਚ ਲਿਆਂਦੀ ਗਈ ਇਹ ਗੱਲ, ਅਤੇ ਵਿਚਾਰ ਰੱਖੇ ਗਏ, ਬਾਹਰ ਬੈਠੇ ਕਮੇਟੀ ਬਣੀ, ਸਾਰਾ ਕੁਝ ਹੋਇਆ ਸੀਗਾ। ਅਤੇ ਹੁਣ ਜਾ ਕੇ ਫਿਰ ਇਹਨਾਂ ਨੇ ਚੋਰੀ ਕਹਿ ਲਓ ਕਿ ਮਰਜ਼ੀ ਕਰਕੇ, ਮਨਮਰਜ਼ੀ ਕਰਕੇ, ਜਾਂ ਜਿਵੇਂ ਧੱਕਾ ਕਰਦੇ ਹੁੰਦੇ ਆ ਉਹ ਕਰਕੇ ਇਹਨਾਂ ਨੇ ਪੇਸ਼ ਕਰਤਾ ਹੈ। ਹਾਲਾਂਕਿ ਨਾਲ ਸਫਾਈ ਵੀ ਦਿੱਤੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਮੁਫਤ ਬਿਜਲੀ ਮਿਲਦੀ ਰਹੂਗੀ। ਉਹ ਤਾਂ ਪਹਿਲਾਂ ਵੀ ਕਹਿੰਦੇ ਸੀ ਕਿ MSP ਮਿਲਦੀ ਰਹੂਗੀ ਜੀ, ਅਤੇ ਜਦੋਂ ਉਹਨਾਂ ਨੂੰ ਟੇਬਲ 'ਤੇ ਬਿਠਾ ਕੇ ਗੱਲ ਕਰਦੇ ਆ ਉਦੋਂ ਫਿਰ ਜਵਾਬ ਨਹੀਂ ਆਉਂਦਾ। ਇਸੇ ਤਰ੍ਹਾਂ ਬਿਜਲੀ ਦੇ ਮਾਮਲੇ 'ਚ ਹੈ, ਜੇ ਕੋਈ ਕਹਿ ਰਿਹਾ ਬਿਜਲੀ ਮੁਫਤ ਮਿਲਦੀ ਰਹੂਗੀ ਕਿਸਾਨਾਂ ਨੂੰ, ਤਾਂ ਜੇ ਕੁਐਸਚਨ ਕਰਨਗੇ ਫਿਰ ਜਵਾਬ ਆਉਣਗੇ ਜਾਂ ਨਹੀਂ ਆਉਣਗੇ ਉਹ ਤਾਂ ਬਾਅਦ 'ਚ ਪਤਾ ਲੱਗੂਗਾ। ਪਰ ਹੁਣ ਇੱਕ ਕਹਿ ਸਕਦੇ ਕਿ ਆਪਾਂ ਧੱਕਾ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਜਾਂ ਹੋ ਰਿਹਾ ਧੱਕਾ, ਉਹ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ, ਇਹਨਾਂ ਵੱਲੋਂ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਜਾ ਰਿਹਾ। ਅਤੇ ਪਾਰਟੀਆਂ ਜਿਹੜੀਆਂ ਹਨ, ਜਿੱਦਾਂ ਹੁਣ ਅਕਾਲੀ ਦਲ ਵੀ ਆਵਾਜ਼ ਉਠਾ ਰਿਹਾ ਹੈ, ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਵੀ ਆਵਾਜ਼ ਉਠਾ ਰਹੇ ਨੇ, ਕਹਿ ਰਹੇ ਨੇ ਕਿ ਇਹਦਾ ਸੂਬੇ ਦੇ ਹੱਕਾਂ 'ਤੇ ਡਾਕਾ ਜੀ, ਸੂਬੇ ਦੇ ਅਧਿਕਾਰ ਖਤਮ ਕਰਨ ਦੀ ਨੀਤੀ ਹੈ ਇਹ। ਲੇਕਿਨ ਜਦੋਂ ਆਵਾਜ਼ ਉਠਾਉਣ ਦੀ ਗੱਲ ਹੁੰਦੀ ਸੀ ਜਾਂ
ਜਦੋਂ ਪਤਾ ਸੀ ਕਿ ਇਦਾਂ ਦੀਆਂ ਗੱਲਾਂ ਹੋਣਗੀਆਂ, ਸਰਕਾਰਾਂ ਨੂੰ ਤਾਂ ਸਭ ਪਤਾ ਹੁੰਦਾ ਹੈ, ਸੱਤਾ ਦੇ ਵਿੱਚ ਬੈਠੀਆਂ ਧਿਰਾਂ ਨੂੰ ਸਭ ਪਤਾ ਹੁੰਦਾ ਹੈ, ਵਿਰੋਧੀ ਧਿਰ ਦੇ ਵਿੱਚ ਬੈਠੀਆਂ ਧਿਰਾਂ ਨੂੰ ਸਭ ਪਤਾ ਹੁੰਦਾ ਹੈ, ਲੇਕਿਨ ਇਹ ਲੋਕਾਂ ਦੀ ਆਵਾਜ਼ ਬਣਨ ਦੀ ਥਾਂ ਆਪਣੇ ਨਿੱਜੀ ਹਿੱਤਾਂ ਨੂੰ ਅੱਗੇ ਰੱਖ ਕੇ ਗੱਲ ਕਰਦੀਆਂ ਨੇ। ਹੁਣ ਜਦੋਂ ਪਤਾ ਕਿ ਆਹ ਹੋ ਜਾਣਾ, ਸੰਘਰਸ਼ ਹੋਊਗਾ, ਕਿਸਾਨ ਫਿਰ ਜਥੇਬੰਦੀਆਂ ਵਿਚਾਰੀਆਂ ਉੱਠ ਰਹੀਆਂ ਨੇ, ਫਿਰ ਲੋਕਾਂ ਨੂੰ ਲਾਮਬੰਦ ਕਰਨਗੀਆਂ, ਫਿਰ ਲੋਕ ਸੰਘਰਸ਼ ਕਰਨਗੇ, ਫਿਰ ਆਪਣੇ ਹੱਕਾਂ ਲਈ ਲੜਨਗੇ, ਫਿਰ ਮੌਤਾਂ ਕਹਿ ਲਓ, ਸ਼ਹੀਦੀਆਂ ਜਿਹੜੀਆਂ ਪ੍ਰਾਪਤ ਕਰਨ ਲਈ ਤੁਰਨਗੇ, ਫਿਰ ਕਿਤੇ ਜਾ ਕੇ ਜੇ ਸਰਕਾਰ ਦੇ ਕੰਨ ਤੇ ਜੂ ਸਰਕੀ ਤਾਂ ਇਸ ਦਾ ਹੱਲ ਨਿਕਲ ਜੂਗਾ, ਨਹੀਂ ਤਾਂ ਫਿਰ ਆਹੀ ਸੰਘਰਸ਼ਾਂ ਦਾ ਦੌਰ ਸ਼ੁਰੂ ਹੋਣਾ ਹੈ ਤੇ ਲੋਕਾਂ ਨੂੰ ਫਿਰ ਵਿਚਾਰਿਆਂ ਨੂੰ ਜਿਹੜੀਆਂ ਮਹਿੰਗਾਈ ਦੇ ਖਾਤੇ 'ਚ ਪੈ ਜਾਣਾ, ਜਾਂ ਉਹਨਾਂ ਦੀ ਝੋਲੀ ਪੈ ਜਾਣੀਆਂ ਨੇ, ਜਾਂ ਇੱਦਾਂ ਦੇ ਜਿਹੜੇ ਬਿੱਲ ਨੇ, ਹੋਰ ਧੱਕੇ ਨੇ, ਉਹ ਸਹਿਣੇ ਪੈਣੇ। ਪਰ ਇਹਨਾਂ ਦੇ ਨਾ ਰਾਜ ਜਾਣੇ ਨੇ ਕਿਸੇ ਦੇ ਵਿਰੋਧੀ ਧਿਰ ਦੇ, ਚਾਹੇ ਵਿਰੋਧੀ ਧਿਰ ਆ ਜਾਵੇ, ਚਾਹੇ ਹੁਣ ਸੱਤਾ 'ਚ ਜਿਹੜੀ ਪਾਰਟੀ, ਨਾ ਕਿਸੇ ਦਾ ਰਾਜ ਜਾਣਾ, ਨਾ ਕਿਸੇ ਵਿਰੋਧੀ ਧਿਰ ਦੀ ਮਾਨਤਾ ਖਤਮ ਹੋਣੀ ਹੈ, ਨਾ ਕਿਸੇ ਪਾਰਟੀ ਦੀ ਮਾਨਤਾ ਖਤਮ ਹੋਣੀ ਹੈ। ਇਹਨਾਂ ਨੇ ਐਵੇਂ ਹੀ ਚੋਣਾਂ ਲੜਦੇ ਰਹਿਣਾ, ਇਹਨਾਂ ਨੇ ਐਵੇਂ ਹੀ ਵਾਰੀ ਸੱਤਾ ਚਾਹੁੰਦੇ ਰਹਿਣਾ ਤੇ ਖੱਜਲ ਖੁਆਰ ਹੋਣਾ ਲੋਕਾਂ ਦੇ ਭਾਗਾਂ ਦੇ ਵਿੱਚ ਲਿਖਿਆ ਜਾਣਾ ਇਹਨਾਂ ਨੇ। ਜੀ ਪਰਮਿੰਦਰ ਜੀ, ਅਗਲੀ ਖਬਰ ਵੀ ਕਿਸਾਨਾਂ ਦੇ ਨਾਲ ਹੀ ਜੁੜੀ ਹੋਈ ਹੈ। ਕਿਸਾਨਾਂ ਦੇ ਵੱਲੋਂ ਸ਼ੂਗਰ ਮਿੱਲਾਂ ਦੇ ਖਿਲਾਫ ਇੱਕ ਪ੍ਰਦਰਸ਼ਨ ਚੱਲ ਰਿਹਾ ਸੀ, ਜਿਸ ਦੇ ਚੱਲਦਿਆਂ ਲੰਘੇ ਦਿਨ ਉਹਨਾਂ ਦੇ ਵੱਲੋਂ ਦਿੱਲੀ ਅੰਮ੍ਰਿਤਸਰ ਜਿਹੜਾ ਹਾਈਵੇ ਆ ਉਸ ਨੂੰ ਜਾਮ ਕਰਕੇ ਆਪਣਾ ਰੋਸ ਪ੍ਰਗਟਾਇਆ। ਉਸ ਮਾਮਲੇ ਨੂੰ ਕਿਵੇਂ ਦੇਖਦੇ ਹੋ? ਦੇਖੋ, ਧਰਨਾ ਲਾ ਦਿੱਤਾ ਪੱਕਾ ਅਣਮਿੱਥੇ ਸਮੇਂ ਲਈ, ਫਿਰ ਦੁਬਾਰਾ ਆਪਾਂ ਕਹਿ ਦਿੰਦੇ ਕਿ ਲੋਕ ਤਾਂ ਉਹੀ ਸੰਘਰਸ਼ਾਂ ਦੇ ਰਾਹ ਪਏ ਨੇ, ਆਪਣੇ ਹੱਕ ਲੈਣ ਦੇ ਲਈ ਲੜ ਰਹੇ ਨੇ, ਰੋਜ਼ੀ ਰੋਟੀ ਲਈ ਲੜ ਰਹੇ ਨੇ। ਸਰਕਾਰਾਂ ਨੇ ਜਾਂ ਮੰਤਰੀ ਨੇ ਜਿਹੜੇ ਸੱਤਾ 'ਚ ਨੇ, ਚਾਹੇ ਸੱਤਾ ਤੋਂ ਬਾਹਰ ਨੇ, ਉਹ ਆਪਣਾ ਗੱਡੀਆਂ 'ਚ ਐਸ਼ ਨਾਲ ਘੁੰਮ ਰਹੇ ਨੇ, ਆਲੇ ਦੁਆਲੇ ਆਪਣੀਆਂ ਪਾਰਟੀਆਂ ਅਟੈਂਡ ਕਰਦੇ ਨੇ, ਘਰਾਂ 'ਚ ਬੈਠੇ ਨੇ, ਆਪਣੇ ਬੱਚੇ ਪੜ੍ਹਾ ਰਹੇ ਨੇ। ਲੋਕ ਤਪਦੀ ਗਰਮੀ ਦੇ ਵਿੱਚ, ਮੀਂਹਾਂ ਦੇ ਵਿੱਚ, ਸਰਦੀਆਂ ਦੇ ਵਿੱਚ ਸੜਕਾਂ 'ਤੇ ਰੁਲਣ ਲਈ ਮਜਬੂਰ ਨੇ। ਹੁਣ ਜਿਹੜਾ ਫਗਵਾੜਾ ਦੇ ਸ਼ੂਗਰ ਮਿੱਲ ਦੇ ਅਗੇਂਸਟ ਜਿਹੜਾ ਹੈ ਧਰਨਾ ਲੱਗਿਆ, 72 ਕਰੋੜ ਦੇ ਕਰੀਬ ਜਿਹੜਾ ਹੈਗਾ 3 ਸਾਲਾਂ ਦਾ ਬਕਾਇਆ ਪਿਆ। ਤੇ ਉਹ ਹੁਣ ਕਿਸਾਨ ਵਿਚਾਰੇ ਕਰਨ ਦਾ ਕੀ ਕਰਨ? ਹੁਣ ਉਹ ਕਹਿੰਦੇ ਅਸੀਂ ਖਰਚੇ ਤੋਂ ਵੀ ਤੰਗ ਆ ਰਹੇ ਹਾਂ, ਜਦੋਂ ਸਾਡੀਆਂ ਫਸਲਾਂ ਅਸੀਂ ਉਗਾ ਕੇ ਭੇਜ ਤਾਂ ਅੱਗੇ ਵਿਕ ਗਈਆਂ, ਫਿਰ ਉਹਨਾਂ ਦਾ ਪੈਸਾ ਕਿਉਂ ਨਹੀਂ ਮਿਲਦਾ ਉਹਨਾਂ ਨੂੰ? ਤੇ ਸਰਕਾਰ ਕਹੀ ਜਾਂਦੇ ਫਸਲੀ ਵਿਭਿੰਨਤਾ ਲਿਆਓ। ਉਹ ਚੀਜ਼ਾਂ ਦੇ ਖਿਲਾਫ ਹੁਣ ਜੇ ਸੜਕਾਂ 'ਤੇ ਉਤਰਨ ਲੈ ਰਹੇ ਲੋਕ, ਤਾਂ ਉਹ ਮਜਬੂਰਨ ਉਤਰ ਰਹੇ ਨੇ। ਜੇ ਕੱਲ੍ਹ ਨੂੰ ਸਰਕਾਰ ਹੋਕਾ ਵੀ ਦਿੰਦੀ ਆ ਕਿ ਲਿਆਓ ਜੀ ਫਸਲੀ ਵਿਭਿੰਨਤਾ ਤਹਿਤ ਤੁਸੀਂ ਫਸਲਾਂ ਆ ਬੀਜੋ, ਹੁਣ ਮੂੰਗੀ ਬੀਜੀ ਸੀਗੀ, ਮੂੰਗੀ ਦਾ ਵੀ MSP ਦੇ ਆਧਾਰ 'ਤੇ ਖਰੀਦ ਪੂਰੀ ਨਹੀਂ ਹੋਈ ਹੈਗੀ। MSP ਦੇ ਕਹਿੰਦੇ ਸੀ ਅਸੀਂ ਸਾਰੀ ਮੂੰਗੀ ਖਰੀਦ ਲਾਂਗੇ, ਨਹੀਂ ਖਰੀਦੀ ਗਈ MSP 'ਤੇ। ਤੇ ਹੁਣ ਜੇ ਗੰਨੇ ਦੇ ਬਕਾਇਆ ਹੀ ਨਹੀਂ ਪੂਰੇ ਹੋ ਰਹੇ, ਕਿਵੇਂ ਕੋਈ ਕਰ ਲੂਗਾ? ਖੰਡ ਮਿੱਲਾਂ, ਉਹਨਾਂ ਦਾ ਬੁਰਾ ਹਾਲ ਹੋਇਆ ਪਿਆ। ਸਰਕਾਰ ਦਾਅਵਾ ਕਰਦੀ ਹੈ ਕਿ ਅਸੀਂ ਜਿਹੜੀ ਖੰਡ ਮਿੱਲਾਂ ਦੀ ਵੱਲੋਂ ਰੋਕੀ ਗਈ ਰਾਸ਼ੀ ਹੈ, ਜਲਦ ਤੋਂ ਜਲਦ ਉਹਨਾਂ ਨੂੰ ਉਹ ਕਰਵਾਉਂਦੇ ਆ, ਜਾਰੀ ਕਰਵਾਉਂਦੇ ਆ, ਉਹਨਾਂ ਦੀ ਕਾਰਵਾਈ ਕਰ ਰਹੇ ਹਾਂ। ਉਹਨਾਂ 'ਤੇ ਕਿਸੇ ਸ਼ੂਗਰ ਮਿੱਲ ਦਾ ਵੇਰਵਾ ਵੀ ਦੇ ਰਹੇ ਹਾਂ ਕਿ ਉਹਨਾਂ ਦੇ ਉੱਤੇ ਅਸੀਂ ਕਾਰਵਾਈ ਕਰਕੇ ਉਹਦੀ ਜਾਇਦਾਦ ਜਿਹੜੀ ਹੈਗੀ ਹੈ ਉਹ ਜ਼ਬਤ ਕਰੀ ਜਾਊਗੀ। ਲੇਕਿਨ ਕਾਰਵਾਈ ਕਰਨ ਲਈ ਟਾਈਮ ਕਿਹਨੂੰ ਚਾਹੀਦਾ ਹੁੰਦਾ ਹੈ? ਸਾਰਾ ਸਿਸਟਮ ਇਹਨਾਂ ਦੇ ਹੱਥ 'ਚ ਹੁੰਦਾ ਹੈ। ਹੁਣ ਇੱਕ ਪਾਸਾ ਬੰਦ ਕਰਿਆ ਹੈ, ਉਹ ਰੱਖੜੀਆਂ ਕਰਕੇ ਕਿਸਾਨ ਕਹਿ ਰਹੇ ਨੇ ਕਿ ਨਾ ਦੁਕਾਨਦਾਰਾਂ ਨੂੰ ਔਖਾ ਹੋਵੇ, ਨਾ ਹੀ ਆਮ ਜਨਤਾ ਨੂੰ। 12 ਤੋਂ ਬਾਅਦ ਉਹਨਾਂ ਨੇ ਪੱਕੇ ਤੌਰ 'ਤੇ ਜਾਮ ਲਾ ਦੇਣਾ ਉੱਥੇ ਦੋਨੋਂ ਪਾਸੇ। ਹੁਣ ਰਾਹਗੀਰਾਂ ਨੂੰ ਵੀ ਪਰੇਸ਼ਾਨੀ ਹੋਊਗੀ ਤੇ ਕਿਸਾਨ ਵੀ ਪਰੇਸ਼ਾਨ ਬੈਠੇ ਨੇ ਵਿਚਾਰੇ। ਕਰਨ ਤਾਂ ਕੀ ਕਰਨ? ਮਜਬੂਰੀ ਬਸ ਇਹੋ ਜਿਹਾ ਕਦਮ ਉਠਾਉਣਾ ਪੈਂਦਾ ਜਿਨ੍ਹਾਂ ਨੂੰ ਆਮ ਲੋਕਾਂ ਨੂੰ ਵੀ ਵਿਚਾਰਿਆਂ ਨੂੰ ਮੁਸ਼ਕਿਲ ਹੁੰਦੀ ਹੈ, ਝੱਲਣਾ ਪੈਂਦਾ ਉਹਨਾਂ ਨੂੰ ਵੀ। ਤੇ ਇਹਨਾਂ ਨੇ ਤਾਂ ਰਸਤੇ ਬਦਲਦੇ ਆ, ਰੂਟ ਲੱਗ ਜਾਂਦੇ, ਇਹਨਾਂ ਨੂੰ ਕੀ ਹੈ, ਸੜਕਾਂ ਬਦਲ ਕੇ ਚਲੇ ਜਾਣਗੇ। ਕਿਹੜਾ ਤੇਲ ਫੁਕਦਾ? ਜੇ 100 ਕਿਲੋਮੀਟਰ ਘੁੰਮ ਕੇ ਵੀ ਜਾਣਾ ਪਊਗਾ ਤਾਂ ਵੀ ਕੋਈ ਗੱਲ ਨਹੀਂ ਇਹਨਾਂ ਨੂੰ ਤਾਂ। ਸੋ ਉਹ ਚੀਜ਼ਾਂ ਸਰਕਾਰਾਂ ਨੂੰ ਚਾਹੀਦਾ ਕਿ ਪਹਿਲ ਦੇ ਆਧਾਰ 'ਤੇ ਇਹਨਾਂ ਚੀਜ਼ਾਂ, ਜਿਹੜੀ ਰੋਜ਼ੀ ਰੋਟੀ ਨਾਲ ਜੁੜੀ ਹੁੰਦੀ ਹੈ ਚੀਜ਼, ਉਹਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨਾ ਚਾਹੀਦਾ। ਕਿਸਾਨ ਹੀ ਨਾਲੇ ਤਾਂ ਹੋਕਾ ਵੀ ਦੇਣ ਲੱਗ ਜਾਣਗੇ, ਰੈਲੀਆਂ ਦੇ ਵਿੱਚ ਭਾਸ਼ਣ ਵੀ ਦੇ ਜਾਣਗੇ, ਉੱਥੇ ਇਕੱਠਾਂ ਦੇ ਵਿੱਚ ਵੀ ਜਾ ਕੇ ਭਾਸ਼ਣ, ਧਰਨਿਆਂ ਦੇ ਵਿੱਚ ਵੀ ਜਾ ਕੇ ਭਾਸ਼ਣ ਦੇਣਗੇ ਕਿ ਕਿਸਾਨ ਜੇ ਰੁਲ ਗਿਆ, ਜੇ ਕਿਸਾਨ ਦੀ ਖੁਦਕੁਸ਼ੀ ਨਾ ਰੋਕੀ ਗਈ, ਖਾਵਾਂਗੇ ਕੀ, ਅੰਨ ਕਿੱਥੋਂ ਆਊਗਾ? ਤੇ ਜਦੋਂ ਆਪ ਸੱਤਾ 'ਚ ਹੁੰਦੇ ਆ, ਚਾਹੇ ਅਕਾਲੀ ਰਹੇ, ਚਾਹੇ ਕਾਂਗਰਸੀ, ਚਾਹੇ ਆਮ ਆਦਮੀ ਪਾਰਟੀ ਆ ਹੁਣ, ਪਰ ਜਦ ਸੱਤਾ 'ਚ ਹੁੰਦੇ ਸਾਰਿਆਂ ਕੁਛ ਭੁੱਲ ਜਾਂਦੇ ਆ। ਫਿਰ ਕਿਸਾਨਾਂ ਦੇ ਹੱਕ ਜਾਂ MSP ਜਾਂ ਨਕਲੀ ਬੀਜ, ਨਕਲੀ ਦਵਾਈਆਂ,
ਉਹ ਸਾਰਾ ਕੁਝ ਜਿਹਨਾਂ ਤੇ ਕਾਰਵਾਈ ਕਰਨੀ ਉਹ ਸਭ ਕੁਝ ਛੱਡ ਦਿੰਦੇ ਆ, ਕਿਸਾਨਾਂ ਨੂੰ ਰੁਲਣ ਲਈ ਫਿਰ ਮਜਬੂਰ ਕਰ ਦਿੰਦੇ ਆ। ਸੋ ਆਹ ਚੀਜ਼ਾਂ ਜਿਹੜੀਆਂ ਹੈਗੀਆਂ ਪਹਿਲ ਦੇ ਆਧਾਰ ਤੇ ਹੱਲ ਕਰ ਲੈਣੀਆਂ ਚਾਹੀਦੀਆਂ। ਯਾਨੀ ਕਿ ਕੁੱਲ ਮਿਲਾ ਕੇ ਜਿੱਥੇ ਕਿ ਕਿਸਾਨਾਂ ਦੀ ਲੜਾਈ ਦਿੱਲੀ 'ਚ ਬੈਠੀ ਕੇਂਦਰ ਸਰਕਾਰ ਦੇ ਨਾਲ ਹੈ, ਉੱਥੇ ਹੀ ਸੂਬਾ ਸਰਕਾਰਾਂ ਦੇ ਨਾਲ ਵੀ ਚੱਲ ਰਹੀ ਹੈ। ਨਹੀਂ, ਸੂਬਾ ਸਰਕਾਰਾਂ ਦਾ ਪਹਿਲ ਹੈ, ਕੇਂਦਰ ਤਾਂ ਬਾਅਦ 'ਚ ਹੈ। ਜੇ ਸੂਬਾ ਸਰਕਾਰ ਆਪਣੇ ਲੈਵਲ ਤੇ ਫੈਸਲੇ ਲਵੇ, ਜੇ ਸੂਬਾ ਸਰਕਾਰਾਂ ਆਪਣੇ ਲੈਵਲ ਤੇ ਉਹਨਾਂ ਦੇ ਮਸਲੇ ਹੱਲ ਕਰਦੀਆਂ, ਜੇ ਵੋਟਾਂ ਲੈਣ ਲਈ ਉਹ ਘਰ ਘਰ ਜਾ ਸਕਦੇ ਨੇ, ਜੇ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਉਹ ਲੱਖਾਂ ਰੁਪਇਆ ਖਰਚ ਕਰਕੇ ਬਾਹਰਲੇ ਦੇਸ਼ਾਂ 'ਚ ਜਾਂ ਹੋਰ ਅੱਛੇ ਸਕੂਲਾਂ 'ਚ ਪਾ ਸਕਦੇ ਨੇ, ਜੇ ਆਪਣੀ ਸਿਹਤ ਦੇ ਲਈ ਉਹ ਅਮਰੀਕਾ ਵਰਗੇ ਦੇਸ਼ਾਂ 'ਚ ਇਲਾਜ ਕਰਾਉਣ ਜਾ ਸਕਦੇ ਨੇ, ਤਾਂ ਸਿਸਟਮ ਉਹਨਾਂ ਦੇ ਹੱਥ 'ਚ ਹੁੰਦਾ ਹੈ, ਬਜਟ ਉਹਨਾਂ ਦੇ ਹੱਥ 'ਚ ਹੁੰਦਾ, ਤਾਂ ਵਾਰੀ ਸਿਰ ਉਹ ਮੁਸ਼ਕਲਾਂ ਨਹੀਂ ਹੱਲ ਕਰ ਸਕਦੇ। ਪੰਜਾਬ 'ਚ ਏਡੀਆਂ ਕਿੱਡੀਆਂ ਕੁ ਮੁਸ਼ਕਲਾਂ ਨੇ, ਕਿੰਨੀਆਂ ਕੁ ਨੇ, ਕਿੰਨੇ ਸਾਲ ਇਹਨਾਂ ਨੇ ਰਾਜ ਕਰ ਲਏ, ਕਿੱਡੇ ਇਹਨਾਂ ਦੇ ਬਜਟ ਰਹੇ ਆ। ਜੇ ਹਰ ਸਾਲ ਇੱਕ ਮੁਸ਼ਕਲ ਵੀ ਹੱਲ ਕਰ ਦੇਣਗੇ ਵੱਡੀ, ਠੀਕ ਹੈ, ਤੇ ਉਹ ਦੇਖ ਲਓ ਕਿੰਨੀਆਂ ਮੁਸ਼ਕਲਾਂ ਹੱਲ ਹੋ ਸਕਦੀਆਂ ਸੀਗੀਆਂ ਹੁਣ ਤੱਕ। ਜੇ ਇਹ ਮੁੱਦੇ ਖਤਮ ਕਰਨਾ ਨਹੀਂ ਚਾਹੁੰਦੇ, ਇਹ ਨਹੀਂ ਚਾਹੁੰਦੇ ਕਿ ਮੁਸ਼ਕਲਾਂ ਹੱਲ ਹੋਣ, ਜੇ ਹੱਲ ਹੋ ਜਾਣਗੀਆਂ ਵੋਟਾਂ ਵੇਲੇ ਇਹਨਾਂ ਨੂੰ ਬੋਲਣ ਨੂੰ ਕੀ ਮਿਲੂਗਾ, ਇੱਕ ਦੂਜੇ ਦੇ ਉੱਤੇ ਭੜਾਸ ਕਿਵੇਂ ਕੱਢਣਗੇ, ਇਹ ਫਿਰ ਰਾਜਨੀਤੀ ਕਿਵੇਂ ਕਰਨਗੇ, ਕਿਉਂਕਿ ਅੱਲੇ ਪੱਲੇ ਕੁਛ ਹੈ ਨਹੀਂ। ਅਨਪੜ੍ਹ ਤੁਰੇ ਫਿਰਦੇ ਨੇ ਬਹੁਤ ਸਾਰੇ ਲੀਡਰ ਤਾਂ, ਜਿਨ੍ਹਾਂ ਨੂੰ ਕੋਈ ਪਤਾ ਹੀ ਨਹੀਂ, ਇਹਨਾਂ ਨੂੰ ਪੜ੍ਹਾਈ ਦਾ ਨਹੀਂ ਪਤਾ, ਸਹੂਲਤਾਂ ਲੈਣ ਲਈ ਬਸ ਲੋਕਾਂ ਨੂੰ ਮੂਰਖ ਬਣਾ ਕੇ ਜਿੱਤ ਗਏ। ਜੇ ਇਹ ਮਹਿੰਗਾਈ ਦੂਰ ਕਰ ਦਿੰਦੇ ਜਾਂ ਰੁਜ਼ਗਾਰ ਦੇ ਦਿੰਦੇ, ਸਿਹਤ ਸਹੂਲਤਾਵਾਂ ਦਿੰਦੇ, ਸਿੱਖਿਆ ਦਿੰਦੇ, ਰੁਜ਼ਗਾਰ ਦਿੰਦੇ, ਤਿੰਨ ਚੀਜ਼ਾਂ ਨਹੀਂ ਦੇ ਸਕੇ ਹੁਣ ਤੱਕ, ਆਜ਼ਾਦੀ ਤੋਂ ਬਾਅਦ ਪੂਰੀਆਂ ਨਹੀਂ ਕਰ ਸਕਦੇ। ਕਿੱਡੀ ਕੁ ਵੱਡੀ ਸਟੇਟ ਆ, ਤੇ ਜੇ ਕਰ ਦਿੰਦੇ ਪੂਰੀਆਂ, ਫਿਰ ਇਹਨਾਂ ਕੋਲ ਬੋਲਣ ਲਈ ਕੀ ਸੀ। ਉਹ ਚੀਜ਼ਾਂ ਨਾਲੇ ਲੋਕ ਸਮਝਦਾਰ ਹੋ ਜਾਂਦੇ, ਉਹਨਾਂ ਨੂੰ ਪਤਾ ਹੁੰਦਾ ਵੀ ਸਾਨੂੰ ਆਹ ਚੀਜ਼ ਚਾਹੀਦੀ ਆ। ਉਹ ਸਰਕਾਰ ਤੇ ਦਬਾਅ ਬਣਾਉਂਦੇ, ਬਸ ਉਹ ਹੋਣ ਨਹੀਂ ਦੇਣਾ ਇਹਨਾਂ ਨੇ। ਇਹ ਮੁਸ਼ਕਲਾਂ ਖੜੀਆਂ ਰੱਖਣੀਆਂ ਨੇ, ਇਹਨਾਂ ਨੂੰ ਹਊਆ ਬਣਾ ਕੇ ਰੱਖਣਾ ਹੈ, ਇਹ ਸਾਰਾ ਕੇਂਦਰ ਸਿਰ ਸਿੱਟਣਾ ਹੈ, ਤਾਂ ਕਿ ਲੋਕ ਇਹਨਾਂ ਦੇ ਬਹਿਕਾਵੇ 'ਚ ਆ ਜਾਣ, ਭੁਲੇਖੇ 'ਚ ਆ ਜਾਣ, ਫੇਰ ਵੋਟ ਪਾ ਦੇਣ। ਗੱਲ ਇੰਨੀ ਹੈ ਜੀ। ਪਰਮਿੰਦਰ ਜੀ, ਸਿਮਰਜੀਤ ਸਿੰਘ ਮਾਨ ਜਦੋਂ ਤੋਂ ਪਾਵਰ ਦੇ ਵਿੱਚ ਆਏ ਨੇ, ਚਰਚਾ ਦੇ ਵਿੱਚ ਨੇ ਜਾਂ ਕਹਿ ਲਓ ਵਿਵਾਦਾਂ ਦੇ ਵਿੱਚ ਨੇ। ਪਹਿਲਾਂ ਸ਼ਹੀਦ ਭਗਤ ਸਿੰਘ ਵਾਲੇ ਬਿਆਨ ਨੂੰ ਲੈ ਕੇ ਆਪਾਂ ਦੇਖਿਆ ਉਹਨਾਂ ਦਾ ਵਿਵਾਦ, ਤੇ ਹੁਣ ਇੱਕ ਨਵਾਂ ਬਿਆਨ ਉਹਨਾਂ ਦੇ ਵੱਲੋਂ ਜਾਰੀ ਕੀਤਾ ਗਿਆ। ਉਹ ਕਹਿੰਦੇ ਨੇ ਕਿ ਜਿਸ ਤਰੀਕੇ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਕਿਹਾ ਗਿਆ ਸੀ ਕਿ ਆਜ਼ਾਦੀ ਦਿਨ ਵਾਲੇ ਦਿਨ ਸਾਰੇ ਭਾਰਤ ਦੇ ਲੋਕ ਆਪਣੇ ਘਰਾਂ ਦੇ ਉੱਪਰ ਜਿਹੜਾ ਤਿਰੰਗਾ ਲਹਿਰਾਉਣ, ਉਸ ਦੇ ਆਧਾਰ ਤੇ ਸਿਮਰਜੀਤ ਸਿੰਘ ਮਾਨ ਕਹਿੰਦੇ ਨੇ ਕਿ ਤਿਰੰਗਾ ਦੀ ਬਜਾਏ ਜਿਹੜੇ ਪੰਜਾਬ ਦੇ ਲੋਕ ਨੇ ਜਾਂ ਕਹਿ ਲਓ ਸਿੱਖ ਨੇ, ਉਹ ਕੇਸਰੀ ਝੰਡਾ ਆਪਣੇ ਘਰਾਂ ਦੇ ਉੱਪਰ ਲਗਾਉਣ। ਇਹਦਾ ਉਹ ਕੰਮ ਹੈ ਵੀ ਜਿਹੜਾ ਜਿਵੇਂ ਕਿਹਾ ਸੀ ਕਰੋਨਾ ਭਜਾਉਣ ਵਾਸਤੇ ਥਾਲੀਆਂ ਖੜਕਾ ਦੋ, ਹੈ ਨਾ, ਉਹ ਹੁਣ ਝੰਡਾ ਲਹਿਰਾਉਣ ਨਾਲ ਕਿਸੇ ਨੇ ਕੀ ਬਣ ਜਾਣਾ। ਜੇ ਕਿਸੇ ਨੇ ਝੰਡਾ ਲਹਿਰਾ ਦਿਆ, ਜੇ ਤਿਰੰਗਾ ਲਹਿਰਾਦਾ, ਕੀ ਉਹੀ ਦੇਸ਼ ਭਗਤ ਹੈ? ਜਿਹਨੇ ਨਹੀਂ ਲਹਿਰਾਇਆ ਕੀ ਉਹ ਦੇਸ਼ ਭਗਤ ਨਹੀਂ ਹੈਗਾ? ਜਾਂ ਜਿਹਨੇ ਕੇਸਰੀ ਲਹਿਰਾਤਾ ਝੰਡਾ, ਕੀ ਉਹੀ ਸਿੱਖ ਹੈ? ਇਹ ਤਾਂ ਇਹਨਾਂ ਦੀ ਆਪਣੀ ਰਾਜਨੀਤੀ ਹੈ। ਇਹਨਾਂ ਨੇ ਆਪਣਾ ਬਸ ਵੀ ਮੈਂ ਇਹ ਕਿਹਾ, ਮੈਂ ਇਹ ਕਹਿ ਕੇ ਜਿਹੜੇ ਕੱਟੜਪੰਥੀ ਲੋਕ ਹੁੰਦੇ ਨੇ ਉਹ ਇਹਨਾਂ ਦੇ ਮਗਰ ਲੱਗ ਜਾਂਦੇ ਨੇ, ਹੋਰ ਕੱਢਣ ਪਾਉਣ ਨੂੰ ਕੁਝ ਨਹੀਂ ਹੈਗਾ। ਮੈਨੂੰ ਐਂ ਦੱਸੋ, ਤਿਰੰਗਾ ਲਹਿਰਾਉਣ ਨਾਲ ਘਰਾਂ ਦੇ ਉੱਪਰ ਕੀ ਤਿਰੰਗੇ ਦੀ ਜ਼ਿਆਦਾ ਸ਼ਾਨ ਬਣਦੀ ਹੈ? ਜਿਹੜੇ ਉਹਨੂੰ ਪਿਆਰ ਕਰਦੇ ਉਹਨਾਂ ਦਾ ਘਰੇ ਜਾਣਾ, ਉਹਨਾਂ ਨੇ ਕਰਦੇ ਹੀ ਰਹਿਣਾ, ਚਾਹੇ ਉਹ ਲਹਿਰਾਉਣ ਚਾਹੇ ਨਾ ਲਹਿਰਾਉਣ। ਤੇ ਜਿਹਨੇ ਕੇਸਰੀ ਲਹਿਰਾਉਣ ਨਾਲ ਕੀ ਜ਼ਿਆਦਾ ਝੰਡੇ ਦੀ ਸ਼ਾਨ ਬਣਦੀ ਹੈ ਕਿ ਬੰਦੇ ਸਿੱਖੀ ਨਾਲ ਜੁੜ ਜਾਂਦੇ ਨੇ? ਐਸਾ ਕੁਝ ਨਹੀਂ ਹੈ। ਜਿਹੜਾ ਕੇਸਰੀ ਨਿਸ਼ਾਨ ਜਿਹਦੇ ਅੰਦਰ ਕੋਈ ਕੇਸਰੀ ਨਿਸ਼ਾਨ ਬਾਰੇ ਕੋਈ ਮਾਣ ਸਤਿਕਾਰ ਹੈਗਾ, ਉਵੇਂ ਬਰਕਰਾਰ ਰਹਿਣਾ, ਚਾਹੇ ਉਹ ਲਹਿਰਾਵੇ ਨਾ ਲਹਿਰਾਵੇ, ਘਰ ਦੇ ਉੱਪਰ ਲਾਵੇ ਨਾ ਲਾਵੇ। ਜਾਂ ਐਂ ਦੱਸ ਦਿਓ ਕਿ ਝੰਡੇ ਲਹਿਰਾਉਣ ਨਾਲ ਕਿਹੜੀ ਸਮੱਸਿਆ ਜਿਹੜੀ ਦੇਸ਼ ਦੀ ਦੂਰ ਹੋ ਜੂਗੀ? ਕੀ ਭੁੱਖਿਆਂ ਨੂੰ ਰੋਟੀ ਮਿਲ ਜੂ? ਬੇਘਰਿਆਂ ਨੂੰ ਘਰ ਮਿਲ ਜੂਗਾ? ਕੀ ਪਾੜਿਆਂ ਨੂੰ ਰੁਜ਼ਗਾਰ ਮਿਲ ਜੂਗਾ? ਕੀ ਸਿਹਤ ਸਹੂਲਤਾਂ, ਹਸਪਤਾਲ, ਸਰਕਾਰੀ ਹਸਪਤਾਲਾਂ ਦੀ ਹਾਲਤ ਠੀਕ ਹੋ ਜੂਗੀ? ਕੀ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਮਿਆਰ ਵੱਧ ਜੂਗਾ? ਨਤੀਜੇ ਵਧੀਆ ਆਉਣ ਲੱਗ ਜਾਣੇ? ਦੱਸੋ ਕੀ ਹੋਊਗਾ? ਕੁਝ ਨਹੀਂ ਹੋਣਾ। ਇਹ ਹੈ ਕਿ ਬਸ ਤੁਸੀਂ ਵਿਵਾਦ ਖੜੇ ਕਰਨੇ, ਵਿਵਾਦ ਖੜੇ ਕਰ ਦੇਣੇ। ਇਹ ਰੌਲਾ ਹੀ ਇਹ ਆ। ਹੁਣ ਮਾਨ ਦੀ ਗੱਲ ਕਰੀਏ, ਜੇ ਸਿਮਰਜੀਤ ਸਿੰਘ ਮਾਨ ਹੋਰਾਂ ਕੋਲ ਸਮਾਂ ਬਹੁਤ ਘੱਟ ਆ, ਦਿਨ ਬੀਤਦੇ ਜਾ ਰਹੇ ਹੈ, 2024 'ਚ ਚੋਣਾਂ ਆ ਜਾਣੀਆਂ ਨੇ, ਠੀਕ ਹੈ। ਉਹਨਾਂ ਕੋਲ ਤਾਂ ਕੰਮ ਕਰਨ ਦਾ 1 ਮਿੰਟ ਵੀ ਵਿਹਲ ਨਹੀਂ ਹੈਗੀ, ਕੰਮ ਇੰਨੇ ਪਏ ਨੇ। ਉਹ ਆਪਣੇ ਹਲਕੇ ਦਾ ਹੀ ਕੋਈ ਸਵਾਰ ਲੈਣਾ, ਕੋਈ ਹਲਕਿਆਂ ਦੇ ਦੌਰੇ ਕਰ ਲੈਣ, ਲਾਮਬੰਦ ਕਰ ਲੈਣ ਲੋਕਾਂ ਨੂੰ, ਉਹਨਾਂ ਨੂੰ ਦੱਸਣ ਸੱਚਾਈਆਂ ਕੀ ਨੇ, ਠੀਕ ਹੈ। ਅਕਾਲੀ ਦਲ ਬਾਦਲ ਜਮਾਂ ਹੀ ਖੁੰਝੇ ਲੱਗ ਗਿਆ,
ਉਹਨਾਂ ਦੀਆਂ ਕਮੇਟੀਆਂ ਬਣ ਰਹੀਆਂ ਨੇ। ਉਹ ਲੀਡਰਸ਼ਿਪ ਕਹਿ ਰਹੀ ਹੈ ਲੀਡਰਸ਼ਿਪ ਬਦਲੀ ਜਾਣੀ ਚਾਹੀਦੀ ਹੈ, ਜਿਹੜੀ ਸੈਕਿੰਡ ਨੰਬਰ ਤੇ ਲੀਡਰਸ਼ਿਪ ਹੈ ਉਹ ਕਹਿੰਦੀ ਜਿਹੜੀ ਟੌਪ ਦੀ ਲੀਡਰਸ਼ਿਪ ਹੈ ਉਹਨੂੰ ਬਦਲੋ, ਉਹ ਖਤਮ ਹੋਣ ਦੇ ਕੰਢੇ ਆ, ਉਹਨਾਂ ਨੂੰ ਆਪਣੀ ਹੋਂਦ ਬਚਾਉਣ ਦਾ ਡਰ ਹੈ। ਮਾਨ ਸਾਹਿਬ ਕੋਲ ਇੱਕ ਬਹੁਤ ਵਧੀਆ ਮੌਕਾ ਹੈ ਕਿ ਐਸੇ ਬਿਆਨਬਾਜ਼ੀ ਕਰਕੇ ਤੁਸੀਂ ਨਾ ਲੋਕਾਂ ਦਾ ਧਿਆਨ ਨਾ ਭਟਕਾਓ, ਅਸਲ ਮੁੱਦਿਆਂ ਦੀ ਗੱਲ ਕਰੋ। ਜੇ ਕੁਝ ਸੈਂਟਰ 'ਚੋਂ ਕੁਝ ਲੈ ਕੇ ਆ ਸਕਦੇ ਹੋ ਲਿਆਓ। ਜੇ ਆਪਾਂ ਗੱਲ ਕਰਦੀ ਕਿ ਤਿਰੰਗਾ ਲਹਿਰਾ ਦਿਓ ਜਾਂ ਝੰਡਾ ਕੇਸਰੀ ਲਹਿਰਾ ਦਿਓ, ਮਾਨ ਸਾਹਿਬ ਨੂੰ ਕਿਹੜਾ ਫੰਡ ਆ ਜਾਣਾ ਹੈ ਕਿ ਭਾਈ ਲੈ ਪੰਜਾਬ ਤੇ ਖਰਚ ਦੇ ਤੂੰ ਕੇਸਰੀ ਝੰਡਾ ਨਾ ਲਹਿਰਵਾ, ਤੂੰ ਇਹੋ ਜਿਹਾ ਬਿਆਨ ਨਾ ਦੇ, ਆ ਚੱਕ 2 ਲੱਖ ਕਰੋੜ ਰੁਪਇਆ ਪੰਜਾਬ ਤੇ ਖਰਚ ਤੈਨੂੰ ਦੇ ਦਿੰਦੇ। ਐਸਾ ਤਾਂ ਕੁਛ ਨਹੀਂ। ਜੇ ਇਹੋ ਜਿਹਾ ਹੁੰਦਾ ਫਿਰ ਤਾਂ ਸਾਰੇ ਘਰਾਂ 'ਚ 10-10 ਝੰਡੇ ਲਵਾ ਦਿੰਦੇ ਆ। ਅਸੀਂ ਵੀ ਰੌਲਾ ਪਾਉਂਦੇ ਵੀ 10-10 ਝੰਡੇ ਲਾਓ, ਸਾਰਿਆਂ ਨੂੰ ਜਾਗਰੂਕ ਕਰਦੇ। ਮਾਨ ਸਾਹਿਬ ਦੇ ਪ੍ਰੋਗਰਾਮ ਕਰਨੇ ਚਾਹੀਦੇ ਮੀਡੀਆ ਨੂੰ। ਫਿਰ ਕਿ ਪੰਜਾਬ ਨੂੰ ਕੁਛ ਮਿਲ ਰਿਹਾ, ਪੰਜਾਬ ਦੇ ਲੋਕਾਂ ਨੇ ਤਾਂ ਉਹੀ ਮਰ ਕੇ ਤਾਂ ਰੋਟੀ ਕਮਾਣੀ ਆ। ਨਾ ਤੁਸੀਂ ਉਹਨਾਂ ਨੂੰ ਦੇਣਾ ਕੁਛ, ਨਾ ਉਹ ਸੈਂਟਰ 'ਚ ਬੈਠੇ ਨੇ ਦੇਣਾ ਜਿਹੜਾ ਝੰਡੇ ਲਹਿਰਾਉਣ ਦੀ ਗੱਲ ਕਰਦਾ। ਵੀ ਦੋਵਾਂ ਨੇ ਕੁਛ ਨਹੀਂ ਦੇਣਾ, ਬਸ ਵਿਵਾਦ ਜ਼ਰੂਰ ਖੜਾ ਕਰ ਦੇਣਾ। ਕਿਤੇ ਟਕਰਾਅ ਹੋ ਗਿਆ, ਕਿਸੇ ਦੀ ਜਾਨ ਚਲੀ ਗਈ, ਇਹਨਾਂ ਨੇ ਭੱਜ ਲੈਣਾ ਜੀ। ਸੋ ਇਹੋ ਜਿਹੇ ਬਿਆਨਬਾਜ਼ੀ ਤੋਂ ਗੁਰੇਜ਼ ਕਰਕੇ ਅਸਲ ਮੁੱਦਿਆਂ 'ਤੇ ਧਿਆਨ ਦੇ ਕੇ ਉਹਨਾਂ ਨੂੰ ਹੱਲ ਕਰਨ ਵੱਲ ਤੁਰਨਾ ਚਾਹੀਦਾ। ਜੀ ਪਰਮਿੰਦਰ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ। ਸ਼ੁਕਰੀਆ ਜੀ, ਧੰਨਵਾਦ। ਤਾਂ ਇਹ ਸਨ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਜੀ, ਜਿਨ੍ਹਾਂ ਨਾਲ ਅਸੀਂ ਇਹਨਾਂ ਤਮਾਮ ਮਸਲਿਆਂ ਦੇ ਉੱਪਰ ਗੱਲਬਾਤ ਕੀਤੀ ਹੈ। ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਵੇਂ ਦਾ ਲੱਗਿਆ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ। ਫਿਲਹਾਲ ਦੇ ਲਈ ਦਿਓ ਇਜਾਜ਼ਤ। ਧੰਨਵਾਦ।